ਭਗਤ ਕਬੀਰ ਸਾਹਿਬ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਏ ਸ਼ਬਦ ਆਪਾਂ ਪਿਛਲੇ ਕਾਫੀ ਸਮੇਂ ਤੋਂ ਲੈ ਕੇ ਸਮਝਣ ਦਾ ਯਤਨ ਕਰ ਰਹੇ ਹਾਂ। ਅੱਜ ਦਾ ਸ਼ਬਦ ਬੜਾ ਹੀ ਪਿਆਰਾ ਸ਼ਬਦ ਹੈ। ਭਗਤ ਕਬੀਰ ਸਾਹਿਬ ਅੱਜ ਦੇ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਨ ਲੱਗੇ। ਕਹਿੰਦੇ RAM ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਦੋ ਭਗਤਾਂ ਦਾ ਨਾਮ ਭਗਤ ਕਬੀਰ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਲਿਆ। ਦੋ ਭਗਤਾਂ ਦੀ ਉਦਾਹਰਨ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਨੇ ਸਾਨੂੰ ਦਿੱਤੀ ਹੈ ਕਿ ਇਹ ਦੁਨੀਆ ਦੇ ਲੋਕੋ, ਅਗਰ ਤੁਸੀਂ ਆਪਣੀ ਇਸ ਮਨੁੱਖਾ ਜ਼ਿੰਦਗੀ ਨੂੰ ਸੁੱਖ ਦੇ ਨਾਲ ਜਿਉਣਾ ਚਾਹੁੰਦੇ ਹੋ, ਚਿੰਤਾ ਮੁਕਤ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਸਹਿਜ ਦੇ ਨਾਲ ਆਪਣੀ ਇਸ ਜ਼ਿੰਦਗੀ ਨੂੰ ਸੋਹਣੇ ਤਰੀਕੇ ਦੇ ਨਾਲ ਬਤੀਤ ਕਰਨਾ ਚਾਹੁੰਦੇ ਹੋ ਨਾ, ਤੇ ਕਹਿੰਦੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕੀਤਿਆਂ ਹੀ ਇਹ ਸੁੱਖ ਦੀ ਦਾਤ ਪ੍ਰਾਪਤ ਹੋਵੇਗੀ। ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕੀਤਿਆਂ ਹੀ ਸਾਡੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਆਏਗੀ, ਸਹਿਜ ਆਏਗਾ, ਟਿਕਾ ਆਏਗਾ, ਅਡੋਲਤਾ ਆਏਗੀ, ਖੇੜਾ ਪ੍ਰਾਪਤ ਹੋਏਗਾ। ਗੁਰਮੁਖ ਪਿਆਰਿਓ, ਹੁਣ ਅੱਗੇ ਜਾ ਕੇ ਭਗਤ ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣਾ ਕਿਵੇਂ ਹੈ। ਪਹਿਲੀ ਗੱਲ, ਜ਼ਿੰਦਗੀ ਨੂੰ ਸੋਹਣੇ ਤਰੀਕੇ ਦੇ ਨਾਲ ਜਿਉਣ ਦੇ ਲਈ ਪ੍ਰਮਾਤਮਾ ਦੇ ਨਾਮ ਦੀ ਬੜੀ ਜ਼ਰੂਰਤ ਹੈ। ਇਹ ਗੱਲ ਸਪਸ਼ਟ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਆਪਣੀ ਬਾਣੀ ਵਿੱਚ ਲਿਖਿਆ, ਕਹਿੰਦੇ ਹਰਿ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਿਸਾ ਨਹੀਂ ਚੂਕੈ, ਗੁਰ ਇਹ ਭੇਦ ਬਤਾਵੈ। ਭਾਵ ਗੁਰੂ ਨੇ ਇਹ ਭੇਦ ਦੱਸਿਆ ਕਿ ਮਨੁੱਖ ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਨੇ ਮਰਜ਼ੀ ਜ਼ਿੰਦਗੀ ਦੇ ਵਿੱਚ ਆਪਣੀ ਮਨ ਦੀ ਮੱਤ ਪਿੱਛੇ ਲੱਗ ਕੇ ਕਰਮ ਕਰਦਾ ਰਹੇ, ਉਹਨਾਂ ਸਮਾਂ ਦੁਖੀ ਹੋਏਗਾ ਜਿੰਨਾ ਸਮਾਂ ਉਸ ਪ੍ਰਮਾਤਮਾ ਦੀ ਬੰਦਗੀ ਨਹੀਂ ਕਰੇਗਾ, ਉਹਦੀ ਇਬਾਦਤ ਨਹੀਂ ਕਰੇਗਾ, ਉਹਦਾ ਸਿਮਰਨ ਨਹੀਂ ਕਰੇਗਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਤੇ ਇੱਥੋਂ ਤੱਕ ਲਿਖਿਆ, ਕਹਿੰਦੇ ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ। ਕਹਿੰਦੇ ਉਸ ਪ੍ਰਮਾਤਮਾ ਦੀ ਜਿਹੜੀ ਬੰਦਗੀ ਹੈ, ਉਹਦੀ ਇਬਾਦਤ ਹੈ, ਉਹ ਸਵਾਸ ਸਵਾਸ ਕਰਕੇ ਕਰਿਆ ਕਰ। ਤੇਰਾ ਇੱਕ ਵੀ ਸਵਾਸ ਉਸ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾ, ਉਹਦੀ ਇਬਾਦਤ ਤੋਂ ਬਿਨਾ ਗੁਰਮੁਖ ਪਿਆਰਿਓ ਅਜਾਈ ਨਹੀਂ ਜਾਣਾ ਚਾਹੀਦਾ। ਇਸ ਕਰਕੇ ਇੱਥੋਂ ਤੱਕ ਆਪਾਂ ਸਪਸ਼ਟ ਸਮਝਣ ਦਾ ਯਤਨ ਕੀਤਾ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ ਕਦੇ ਵੀ ਆਧਾਰ ਨਹੀਂ ਹੋ ਸਕਦਾ। ਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਨਾ ਗੁਰਮੁਖ ਪਿਆਰਿਓ, ਤੇ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਲਿਖਿਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਹਿੰਦੇ ਜਿਸ ਵੀ ਪ੍ਰਾਣੀ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ, ਉਸ ਪ੍ਰਾਣੀ ਦੇ ਅੰਦਰੋਂ ਵਾਸ਼ਨਾਵਾਂ ਦੀ, ਤ੍ਰਿਸ਼ਨਾਵਾਂ ਦੀ ਜਾਂ ਹੋਰ ਦੁਨਿਆਵੀ ਪਦਾਰਥਾਂ ਦੀ ਗੁਰਮੁਖ ਪਿਆਰਿਓ ਕਹਿੰਦੇ ਭੁੱਖ ਖਤਮ ਹੋ ਗਈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਅੱਗੇ ਪਾਤਸ਼ਾਹ ਕਹਿਣ ਲੱਗੇ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ। ਭਾਵ ਜਦੋਂ ਹੀ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਵਾਂਗੇ, ਕੱਲ ਤੱਕ ਆਪਾਂ ਇਤਿਹਾਸ ਸਾਂਝਾ ਕੀਤਾ ਸੀ ਨਾ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ, ਬੇਸ਼ੱਕ ਉਹਨਾਂ ਨੂੰ ਜੰਡਾਂ ਦੇ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ,
पर गुरु ने ऐसी कला वरताई, उस परमात्मा ने ऐसे रंग, ऐसे गुरमुख प्यारे वरताया कि उन्हां नूं बेशक जंड दे नाल जिउंदियां नूं साड़ दिता गया, पर उन्हां गुरमुख प्यारिਆਂ ने अपनी रसना तो कदे सी नहीं उचारी। भाव कदे दुख नूं अपनी जुबान ते लैके नहीं आंदा। क्यों? क्योंकि जेड़ा भी मनुख उस परमात्मा दे नाल अपने आप नूं जोड़ लैंदा है, उस परमात्मा दे नाम नूं अपनी जिंदगी दा आसरा बना लैंदा। गुरमुख प्यारिओ, परमात्मा उस मनुख नूं दुख महसूस होण ही नहीं दिंदा। अगली बेनती एक होर करां। कई वार अपने विचों कुछ भैन भरा ये कह दिंदे आ कि जी फलाना ते बड़ा नितनेम करदा सी, वो ते हर रोज गुरु घर हाजरी भी भरदा सी, वो ते परमात्मा दा सिमरन बंदगी इबादत भी करदा सी, वो शरीरक तौर ते ओनू रोग क्यों आ गया, वो क्यों बीमार हो गया, ओदी आर्थिक हालत इन्नी क्यों घट गई, लोकां दे ते कारोबार बड़े चलदे पए आ। भाव कई बार समाजिक तौर ते, आर्थिक तौर ते, शरीरक तौर ते गुरमुख प्यारिओ तकलीफां आ जांदियां ने, पर असीं परमात्मा दे नाम जपण दी जिहड़ी कसवट्टी है ना, वो केवल इत्थों तक रखी है कि जिहड़ा परमात्मा दा नाम जपदा है ना, उहनूं जिंदगी च कदे कोई रोग नहीं लगदा, ओदी आर्थिक हाल बड़ी तकड़ी हो जांदी है। नहीं गुरमुख प्यारिओ, जदों तवारीख पढ़ के वेखोगे, जदों गुरबाणी पढ़ोगे, इतिहास दे पन्ने फरोलोगे, शरीरक बीमारियां उन्हां नूं भी आईयां जिन्हां ने परमात्मा दी बंदगी कीती है, शरीरक कष्ट उन्हां नूं भी झल्लणे पए जिन्हां ने परमात्मा दी बंदगी कीती, आर्थिक तौर ते भी उन्हां नूं नुकसान भी झल्लणे पए जिन्हां ने परमात्मा दी बंदगी कीती। इत्थों तक गुरमुख प्यारिओ समाजिक तौर ते भी उन्हां नूं माफ करना प्यारिओ, इह दुख तकलीफां झल्लणीਆਂ पईਆਂ ਜਿਹੜੇ परमात्मा नाल जुड़े। उदाहरण दे तौर ते तुसीं भाई मंझ दी गल कर लओ। अगे आपां अज दे शब्द दी विचार करदे आ। प्रमाण दे तौर ते भाई मंझ दा जीवन पढ़ लो। भाई मंझ दे कोले इलाके दी चौधर है, समाजिक रुतबा बहुत बड़ा है, भाई मंझ दा कारोबार भी बहुत वधिया है, पर जिस वेले बाकी कर्म कांडां नूं छड्ड के एक परमात्मा दे नाल जुड़िया गुरमुख प्यारिओ, समाजिक तौर ते भी समस्या आई कि इलाके दी चौधर खुस गई, परिवार दे विच माल डंगर दा नुकसान तक भी हो गया। कहण दा भाव, जे तुसीं सब तो वड्डा प्रमाण इतिहास विच वेखना चाहुंदे हो ते धन गुरु गोबिंद सिंह पातशाह दा जीवन पढ़ के वेखिओ। जे शरीरक तौर ते दुख तकलीफां दी गल करिए, जेड़े कष्ट गुरु गोबिंद सिंह महाराज ने अपने शरीर दे उत्ते, अपने तन दे उत्ते झल्ले ने प्यारिओ, ओने कष्ट अज तक माफ करना इतिहास विच पढ़ के वेख लो, किसी प्राणी ने अपने तन ते नहीं चले। फिर परमात्मा दी बंदगी करन दा फायदा की है? क्यों कीती जांदी है परमात्मा दी बंदगी, उहदा सिमरन क्यों कीता जांदा है? याद रखियो गुरमुख प्यारिओ, दुख नूं ते गुरु साहब ने अपनी पावन बाणी विच लिखिया कि दुख दारू सुख रोग पया। भाव दुख आउंदा जरूर है, पर जिहड़ा रब दा प्यारा है, जिहड़ा उस मालिक दी याद विच जिंदगी जिउंदा है ना गुरमुख प्यारिओ, सच जानिओ उहदी मन करके हालत इन्नी स्थिर हो जाती है कि उहदे बारे चाहे जिंदगी च दुख आवे चाहे सुख आवे, ना ते उस सुख दे विच बहुता अपने आप नूं पागल करदा है ते ना दुख दे विच अपने आप नूं बहुता दुखी करदा है। वो इस गल नूं समझ लैंदा है कि आवन जान एक खेल बनाया, आग्याकारी कीनी माया। वो इस सिद्धांत नूं समझ लैंदा है कि जो नर दुख में दुख नहीं मानै, सुख असनेह और भय नहीं जाकै, कंचन माटी मानै। भाव दुख ते सुख नूं वो जिंदगी च बराबर करके मन लैंदा है। इत्थों तक आपां समझिआ कि परमात्मा दा नाम जपना साडे लई किन्ना लाजमी है ते नाम जपण वालियां नूं बख्शिशां की प्राप्त हुंदियां ने। साचा नाम मेरा आधारो, साच नाम आधार मेरा, जिन भुखां सब गवाइयां। कर शांत सुख मन आए वसिया, जिन इच्छा सब पुजाइयां। ते हुण परमात्मा दा नाम जपना किवें है?
ਇਹ ਭਗਤ ਕਬੀਰ ਸਾਹਿਬ ਨੇ ਲਿਖਿਆ। ਇੱਕ ਵਾਰੀ ਸਾਰੀ ਸੰਗਤ ਰਲ ਕੇ ਆਓ ਆਪਾਂ ਇਹਨਾਂ ਪਾਵਨ ਦੋ ਤੁਕਾਂ ਦਾ ਪਾਠ ਜਾਪ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਕਿਰਪਾ ਕਰਿਓ। राम जपो जी ऐसे ऐसे, राम जपो जी ऐसे ऐसे, राम वाह वाह। राम जपो जी ऐसे ऐसे, राम जपो जी ऐसे ऐसे। ध्रुव प्रहलाद जप्यो हर जैसे, ध्रुव प्रहलाद जप्यो हर जैसे, ध्रुव प्रहलाद। भगत कबीर साहब कहन लगे, राम जपो जी ऐसे ऐसे, परमात्मा दा नाम इदां जपो। ध्रुव प्रहलाद जप्यो हर जैसे, जिमें ध्रुव ने ते प्रहलाद ने परमात्मा दी जिहड़ी बंदगी कीती है, इबादत कीती है। गुरमुख प्यारिओ, ध्रुव अते प्रहलाद दा जिहड़ा जिक्र है ना, इस सनातन मत दे ग्रंथां दे विच मिलदा है। इस ध्रुव अते प्रहलाद दा जिहड़ा प्रमाण भगत कबीर साहब ने बाणी दे विच दित्ता है। असीं इस पासे वल नहीं जाना, असीं अपनी एनर्जी इस चीज ते वेस्ट नहीं करनी कि की ध्रुव ते प्रहलाद होए ने जां नहीं होए, हरनाक्ष इदां होया जां नहीं होया। साडा मकसद केवल इत्थों तक रहना चाहिदा है कि गुरु साहिबाना ने सानू इस कहानी दी कह लो, साखी दी कह लो, प्रमाणता गुरबाणी विच दित्ती है कि भाई जिमें पुरातन ग्रंथ पुराने वेद प्रहलाद ते ध्रुव बारे लिखदे है भी प्रहलाद ते ध्रुव ने इस तरीके नाल परमात्मा नू पाया, तुसी भी उन्हां वांगू परमात्मा दी भगती करो, तुसी भी उस परमात्मा दी मलाप हासिल कर लवोगे। दोनों दे बारे मैं थोड़ा थोड़ा जिक्र करन लग्या। सब तो पहला आपां ध्रुव बारे समझण दा यतन करना। कहंदे एक राजा होया जिहड़ा उन्हां दे जिहड़े पुरातन ग्रंथ ने, जिहड़े उन्हां दे वेद ने, वो लिखदे ने, ये उन्हां दी गल है, वो लिखदे ने। कहंदे एक राजा होया जिहदा नाम है उतानपद। उस राजे दा नाम है उतानपद। उहदे दो विआह ने, दो ओहदियां राणियां ने। एक दा नाम है सुनीति ते दूजी दा नाम है सुरुचि। ये दो ओहदियां राणियां ने, दो ओहदियां पत्नियां ने। दोनों दे घर विच एक एक पुੱਤ ने जन्म लिया, एक एक बच्चे ने जन्म लिया। जिहड़ी सुनीति है इहदे घर विच ध्रुव जन्म लैंदा है ते जिहड़ी सुरुचि है इहदे घर विच उत्तम नाम दा एक बच्चा जन्म लैंदा, उहदा नाम उत्तम रखिया जांदा है। गुरमुख प्यारो, जिहड़ा ये राजा है ना किते जिहड़ी इहदी नेड़ता है, इस सुरुचि दे नाल बहुत ज्यादा इहदी नेड़ता है। सुनीति दे नालों सुरुचि दे नाल इहदी ज्यादा नेड़ता है। एक दिन की होया, जिहड़ा ध्रुव है ये खेडदा खेडदा अपने दोस्तां दे नाल घर दे विच खेडदा खेडदा अपने बाप दी गोद विच आ बैठा, अपने बाप दी बुक्कल विच आके बह गया। हुण जदों ध्रुव सुनीति दी औलाद है, जदों ये अपने बाप दी बुक्कल दे विच आके बैठा है ते मतरेई मां कह लो जां राजे दी जिहड़ी दूसरी पत्नी है, ओने बड़ी ईरखा कीती। ओने बांह तो फड़ के ध्रुव नूं अपने बाप दी बुक्कल विचों उठा दिता। ओनूं ईरखा आई कि इस राजे भाव इस बाप दी जिहड़ी बुक्कल है, इहदे विच मेरे पुत्र केवल उत्तम दी जगह है। ध्रुव क्योंकि जिहड़ा राजा है वो सुरीची नूं ज्यादा प्यार करदा है, उहनूं इंज लगदा सी कि मैं राजे दे ज्यादा नेड़े आ, इस करके राजे दी बुक्कल दे विच मेरे ही पुत्र दा बैठण दा हक है। उहने ध्रुव नूं बांह तो फड़ के उठा के घरों कहंदे बाहर पे उहदी बुक्कल विचों बाहर कर दिता। ध्रुव दा मन कहंदे बड़ा दुखी होया कि मैनूं मेरे बाप दी बुक्कल विचों बाहर कढ दिता।
ਕਹਿੰਦੇ ਧਰੂ ਆਪਣੀ ਮਾਂ ਸੁਨੀਤੀ ਨੂੰ ਜਾ ਕੇ ਪੁੱਛਦਾ, ਕਹਿੰਦਾ ਮਾਂ ਮੈਨੂੰ ਇਹ ਦੱਸ ਕਿ ਤੂੰ ਇਸ ਘਰ ਦੇ ਵਿੱਚ ਗੋਲੀ ਬਣ ਕੇ ਆਈ ਹੈ ਜਾਂ ਰਾਣੀ ਬਣ ਕੇ ਆਈ ਹੈ? ਤੂੰ ਰਾਣੀ ਹੈ ਜਾਂ ਗੋਲੀ ਹੈ? ਹੁਣ ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਆਪਣੀਆਂ ਪਾਵਨ ਵਾਰਾਂ ਦੇ ਵਿੱਚ ਵੀ ਦਿੱਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹੱਸਦਾ ਘਰ ਆਇਆ, ਧਰੂ ਨਾ ਹੱਸਦਾ ਖੇਡਦਾ ਆਪਦੇ ਘਰ ਵਿੱਚ ਪਹੁੰਚਿਆ, ਕਹਿੰਦੇ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਪਿਆਰ ਦੇ ਨਾਲ ਆਪਣੇ ਬਾਪ ਆਪਣੇ ਪਿਓ ਦੀ ਕਹਿੰਦੇ ਬੁੱਕਲ ਦੇ ਵਿੱਚ ਜਾ ਕੇ ਬਹਿ ਗਿਆ। ਬਾਹਾਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਕਹਿੰਦੇ ਮਤਰੇਈ ਮਾਂ ਨੇ ਇੰਨਾ ਰੋਸ ਦਿਖਾਇਆ ਕਿ ਬਾਹ ਫੜ ਕੇ ਉਹਨੂੰ ਬੁੱਕਲ ਦੇ ਵਿੱਚੋਂ ਬਾਹਰ ਕੱਢ ਦਿੱਤਾ। ਬਾਹਾਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡਡੋਲਕਾ ਮਾਂ ਪੁੱਛੈ ਤੂੰ ਸਾਵਣੀ ਹੈ ਕਿ ਸੁਰੀਤਾ। ਉਹ ਬੱਚਾ ਆਪਣੀ ਮਾਂ ਨੂੰ ਜਾ ਕੇ ਕਹਿਣ ਲੱਗਿਆ, ਮਾਂ ਤੂੰ ਸਾਵਾਣੀ ਹੈ ਕਿ ਸੁਰੀਤਾ ਹੈ? ਤੂੰ ਗੋਲੀ ਬਣ ਕੇ ਆਈ ਹੈ ਕਿ ਤੂੰ ਰਾਣੀ ਬਣ ਕੇ ਆਈ ਹੈ ਇਸ ਘਰ ਦੇ ਵਿੱਚ? ਹੁਣ ਅੱਗੋਂ ਮਾਂ ਨੂੰ ਵੀ ਥੋੜੀ ਪ੍ਰਮਾਤਮਾ ਦੇ ਨਾਮ ਦੀ ਰੰਗਤ ਚੜੀ ਹੋਈ ਹੈ। ਧਿਆਨ ਕਰਿਓ, ਧਰੂ ਦੀ ਜਿਹੜੀ ਮਾਂ ਹੈ ਇਹਦੀ ਮਾਂ ਨੂੰ ਵੀ ਪ੍ਰਮਾਤਮਾ ਦੇ ਨਾਮ ਦੀ ਰੰਗਤ ਚੜੀ ਹੋਈ ਹੈ। ਉਹਨੇ ਈਰਖਾ ਦੇ ਵਸ ਵਿੱਚ ਪੈ ਕੇ ਗੁਰਮੁਖ ਪਿਆਰਿਓ ਇਹ ਨਹੀਂ ਕਿਹਾ ਕਿ ਪੁੱਤ ਇਹ ਤੇਰੀ ਮਤਰੇਈ ਮਾਂ ਹੈ, ਇਹ ਤਾਂ ਤੇਰੇ ਨਾਲ ਇਦਾਂ ਦਾ ਸਲੂਕ ਕਰਦੀ ਪਈ ਹੈ ਤੇ ਤੂੰ ਵੀ ਇਹ ਆਪਣੇ ਸ਼ਰੀਕ ਨੇ ਤੇ ਸ਼ਰੀਕਾਂ ਦੇ ਬਰਾਬਰ ਪੁੱਤ ਅੜ ਕੇ ਰਹੀਦਾ। ਮਾਂ ਨੇ ਇਹ ਸਿੱਖਿਆ ਨਹੀਂ ਦਿੱਤੀ ਗੁਰਮੁਖ ਪਿਆਰਿਓ। ਮਾਂ ਨੇ ਪਤਾ ਆਪਣੇ ਪੁੱਤ ਨੂੰ ਕਿਵੇਂ ਸਮਝਾਇਆ, ਕਹਿੰਦੀ ਪੁੱਤ ਵੇ ਸਾਵਾਣੀ ਹਾਂ ਜਨਮ ਦੀ, ਹੈ ਤਾਂ ਮੈਂ ਜਨਮ ਤੋਂ ਲੈ ਕੇ ਰਾਣੀ, ਮੈਂ ਰਾਜਿਆਂ ਦੇ ਘਰ ਵਿੱਚ ਜੰਮੀ ਤੇ ਇੱਕ ਰਾਜੇ ਦੀ ਮੈਂ ਪਤਨੀ ਆ, ਮੈਂ ਰਾਣੀ ਆ। ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਬਸ ਕਾਰਨ ਇੱਕੋ ਹੀ ਹੈ ਕਿ ਨਾ ਪੁੱਤ ਮੈਂ ਪ੍ਰਮਾਤਮਾ ਦੀ ਬੰਦਗੀ ਕੀਤੀ ਤੇ ਨਾ ਮੈਂ ਉਸ ਰੱਬ ਦਾ ਨਾਮ ਜਪਿਆ ਜਿਹਦੇ ਕਰਕੇ ਅੱਜ ਮੇਰੀ ਇਹ ਹਾਲਤ ਹੋ ਗਈ ਹੈ। ਮਾਂ ਨੇ ਸਮਝਾਇਆ, ਕਹਿੰਦੀ ਪੁੱਤ ਜੰਮੀ ਤਾਂ ਮੈਂ ਰਾਜਿਆਂ ਦੇ ਘਰ ਵਿੱਚ ਆ, ਵਿਆਹੀ ਵੀ ਮੈਂ ਰਾਜੇ ਨੂੰ ਗਈ ਆ, ਪਰ ਮੈਂ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ। ਕੀ ਕਰਾਂ? ਰਾਜਿਆਂ ਦੇ ਘਰ ਵਿੱਚ ਜੰਮਿਆ ਵੀ ਕੀ ਕਰੇਗਾ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ? ਤੇ ਮੇਰੀ ਹਾਲਤ ਤੇ ਇਹ ਹੋਣੀ ਹੈ। ਹੁਣ ਵੇਖੋ ਕਿੰਨੀ ਸੋਹਣੀ ਸਿੱਖਿਆ ਮਾਂ ਨੇ ਆਪਣੇ ਪੁੱਤਰ ਨੂੰ ਦਿੱਤੀ। ਅੱਗੇ ਕਹਿਣ ਲੱਗੇ, ਜਦੋਂ ਧਰੂ ਨੇ ਫਿਰ ਆਪਣੀ ਮਾਂ ਨੂੰ ਪੁੱਛਿਆ, ਕਹਿੰਦਾ ਮਾਂ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਮਾਂ ਫਿਰ ਤੂੰ ਮੈਨੂੰ ਹੁਣ ਇਹ ਗੱਲ ਦੱਸ, ਮੈਂ ਕਿਹੜਾ ਉਦਮ ਕਰਾਂ? ਕਹਿੰਦੇ ਕਿਸ ਉਦਮ ਤੇ ਰਾਜ ਮਿਲੈ। ਮਾਂ ਅੱਜ ਇਹਨੇ ਮੈਨੂੰ ਬਾਹ ਫੜ ਕੇ ਬਾਹਰ ਕੱਢ ਦਿੱਤਾ ਬਾਪ ਦੀ ਬੁੱਕਲ ਵਿੱਚੋਂ, ਤੇ ਇਹ ਤੇ ਸੁਭਾਵਿਕ ਗੱਲ ਹੈ ਕਿ ਜਿਹੜੀ ਮਾਂ ਅੱਜ ਮੈਨੂੰ ਆਪਣੇ ਬਾਪ ਦੀ ਬੁੱਕਲ ਵਿੱਚ ਨਹੀਂ ਬੈਠਣ ਦੇ ਰਹੀ, ਕੱਲ ਨੂੰ ਇਹਨੇ ਮੈਨੂੰ ਰਾਜ ਭਾਗ ਕਿਵੇਂ ਦਿਵਾਉਣਾ? ਇਹ ਤੇ ਸਾਰਾ ਰਾਜ ਭਾਗ ਆਪਣੇ ਪੁੱਤਰ ਉੱਤਮ ਨੂੰ ਦਿਵਾ ਦੇਵੇਗੀ। ਫਿਰ ਤੂੰ ਦੱਸ ਮਾਂ ਮੈਨੂੰ ਇਹ ਰਾਜ ਭਾਗ ਕਿਵੇਂ ਪ੍ਰਾਪਤ ਹੋਵੇਗਾ? ਕਹਿਣ ਲੱਗੇ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਤੇ ਜਿੰਨੇ ਵੀ ਮੇਰੇ ਦੁਸ਼ਮਣ ਨੇ ਇਹ ਮੇਰੇ ਮਿੱਤਰ ਕਿਵੇਂ ਬਣਨਗੇ? ਦੁਸ਼ਮਣ ਮੇਰੇ ਮਿੱਤਰ ਕਿਵੇਂ ਬਣਨਗੇ ਤੇ ਰਾਜ ਦੀ ਮੈਨੂੰ ਕਿਵੇਂ ਪ੍ਰਾਪਤੀ ਹੋਵੇਗੀ? ਮਾਂ ਕਹਿਣ ਲੱਗੀ ਪਰਮੇਸ਼ਰ ਆਰਾਧਿਆ ਜਿੱਦੂ ਹੋਈਆ ਪਤਿਤ ਪੁਨੀਤਾ। ਕਹਿੰਦੀ ਪੁੱਤ ਪਰਮੇਸ਼ਰ ਦੀ ਆਰਾਧਨਾ ਕਰਿਆ ਕਰ, ਉਸ ਪ੍ਰਮਾਤਮਾ ਦੀ ਬੰਦਗੀ ਕਰਿਆ ਕਰ ਜਿਸ ਪ੍ਰਮਾਤਮਾ ਦੀ ਬੰਦਗੀ ਕੀਤਿਆਂ ਕਹਿੰਦੇ ਹੋਈਆ ਪਤਿਤ ਪੁਨੀਤਾ। ਜਿਸ ਪ੍ਰਮਾਤਮਾ ਦੀ ਬੰਦਗੀ ਕੀਤਿਆਂ ਪੁੱਤ ਪਤਿਤ ਬੰਦਾ ਵੀ, ਵਕਾਰੀ ਬੰਦਾ ਵੀ ਪਵਿੱਤਰ ਹੋ ਜਾਂਦਾ। ਆਖੋ ਸਤਨਾਮ ਵਾਹਿਗੁਰੂ। ਵਕਾਰੀ ਬੰਦਾ ਵੀ ਕਹਿੰਦੇ ਪੁੱਤ ਪਵਿੱਤਰ ਹੋ ਜਾਂਦਾ ਹੈ। ਕਹਿੰਦੇ ਇੰਨੀ ਗੱਲ ਸੁਣੀ ਮਨ ਤੇ ਧਰੂ ਦਾ ਪਹਿਲਾਂ ਹੀ ਬੜਾ ਦੁਖੀ ਸੀ। ਹੁਣ ਜਿਸ ਬੱਚੇ ਨੂੰ ਗੁਰਮੁਖ ਪਿਆਰਿਓ ਬਾਪ ਦੀ ਬੁੱਕਲ ਵਿੱਚੋਂ ਕੱਢ ਦਿੱਤਾ ਜਾਏ, ਸੁਭਾਵਿਕ ਗੱਲ ਹੈ ਵੀ ਉਹ ਬੱਚੇ ਦਾ ਮਨ ਤੇ ਦੁਖੀ ਹੋਏਗਾ ਨਾ, ਵੀ ਤੇਰੇ ਲਈ ਇਸ ਬਾਪ ਦੀ ਬੁੱਕਲ ਵਿੱਚ ਕੋਈ ਜਗ੍ਹਾ ਨਹੀਂ। ਸੱਟ ਲੱਗੀ ਧਰੂ ਨੂੰ, ਮਨ ਬੜਾ ਦੁਖੀ ਸੀ। ਅੱਗੋਂ ਮਾਂ ਨੇ ਸਮਝਾ ਦਿੱਤਾ, ਕਹਿੰਦੀ ਪੁੱਤ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੈਨੂੰ ਪਵਿੱਤਰ ਕਰ ਸਕਦਾ, ਜਿਹੜਾ ਰਾਜ ਭਾਗ ਤੈਨੂੰ ਦਿਵਾ ਸਕਦਾ ਹੈ। ਕਹਿੰਦੇ ਜਦੋਂ ਇਹ ਬੋਲ ਆਪਣੀ ਮਾਂ ਦੇ ਕੋਲੋਂ ਧਰੂ ਨੇ ਸੁਣੇ ਨਾ ਤੇ ਕਹਿਣ ਲੱਗੇ ਬਾਹਰ ਚੱਲਿਆ ਕਰਨ ਤਪ। ਕਹਿੰਦੇ ਉਸੇ ਵੇਲੇ ਘਰ ਦੇ ਵਿੱਚੋਂ ਬਾਹਰ ਚੱਲਿਆ।
ਤਪ ਕਰਨ ਵਾਸਤੇ ਚੱਲਿਆ। ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਚੇਤੇ ਕਰਿਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਲਿਖਿਆ ਸੀ ਨਾ, ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਿ ਇਹ ਭਲੇ ਪਰਮਾਤਮਾ ਤੇਰੇ ਘਰ ਵਿੱਚ ਹੈ, ਉਹ ਅਕਾਲ ਪੁਰਖ ਪਰਮਾਤਮਾ ਤੇਰੇ ਹਿਰਦੇ ਰੂਪੀ ਘਰ ਵਿੱਚ ਹੈ। ਇਸ ਕਰਕੇ ਬਾਹਰ ਜਾ ਕੇ ਤੈਨੂੰ ਰੱਬ ਲੱਭਣ ਦੀ ਕੋਈ ਜ਼ਰੂਰਤ ਨਹੀਂ ਹੈ। ਕਾਹੇ ਰੇਬਨ ਖੋਜਨ ਜਾਈ, ਕਿਉਂ ਜੰਗਲਾਂ ਵਿੱਚ ਲੱਭਦਾ ਫਿਰਦਾ ਹੈ? ਇਹ ਸਿਧਾਂਤ ਗੁਰੂ ਦਾ ਹੈ। ਪਰ ਜਿਹੜੀ ਇਹ ਵਿਥਿਆ ਸੁਣਾ ਰਹੇ ਆ, ਸਾਖੀ ਸਾਂਝੀ ਕਰਦੇ ਪਏ ਆ, ਇਹ ਪੁਰਾਤਨ ਗ੍ਰੰਥਾਂ ਦੀ ਲਿਖੀ ਹੋਈ ਹੈ। ਗੁਰੂ ਸਾਹਿਬ ਨੇ ਇਹਦੀ ਐਗਜ਼ਾਮਪਲ ਗੁਰਬਾਣੀ ਵਿੱਚ ਉਦਾਹਰਨ ਦਿੱਤੀ ਹੈ। ਕਹਿਣ ਲੱਗੇ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਕਹਿੰਦੇ ਮਨ ਬੜਾ ਬੈਰਾਗੀ ਹੋ ਗਿਆ ਜਦੋਂ ਇਹ ਭਾਣਾ, ਇਹ ਵਰਤਾਰਾ ਧਰੂ ਦੇ ਨਾਲ ਵਾਪਰਿਆ ਤੇ ਮਾਂ ਦੀ ਰਸਨਾ ਤੋਂ ਗੱਲ ਸੁਣ ਕੇ ਬੰਦਗੀ ਕਰਨ ਵਾਸਤੇ ਚਲਿਆ ਗਿਆ। ਕਹਿੰਦੇ ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਕਹਿੰਦੇ ਜਦੋਂ ਘਰੋਂ ਬਾਹਰ ਗਿਆ ਨਾ, ਰਸਤੇ ਦੇ ਵਿੱਚ, ਇਹ ਉਹਨਾਂ ਦੇ ਗ੍ਰੰਥ ਕਹਿੰਦੇ ਨੇ ਕਿ ਨਾਰਦ ਮੁਨੀ ਦੇ ਨਾਲ ਉਹਦਾ ਮਿਲਾਪ ਹੋਇਆ। ਜਦੋਂ ਨਾਰਦ ਮੁਨੀ ਦੇ ਨਾਲ ਮਿਲਾਪ ਹੋਇਆ ਤੇ ਕਹਿੰਦੇ ਉਹ ਨਾਰਦ ਮੁਨੀ ਨੇ ਭਗਤ ਧਰੂ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਜੁਗਤੀ ਦੱਸ ਦਿੱਤੀ। ਕੇਵਲ ਆਪਾਂ ਇਹਦੇ ਵਿੱਚੋਂ ਤੱਤ ਲੈਣਾ, ਨਾਰਦ ਮੁਨੀ ਨੇ ਕਹਿੰਦੇ ਧਰੂ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਜਦੋਂ ਜੁਗਤੀ ਦੱਸੀ ਨਾ, ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ, ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਨੀਤਾ। ਕਹਿੰਦੇ ਜਦੋਂ ਨਾਰਦ ਮੁਨੀ ਨੇ ਪਰਮਾਤਮਾ ਦਾ ਨਾਮ ਜਪਣ ਦੀ ਸਿੱਖਿਆ ਦਿੱਤੀ ਤੇ ਧਰੂ ਨੇ ਪਰਮਾਤਮਾ ਦੀ ਬੰਦਗੀ ਕਰਨੀ ਆਰੰਭ ਕਰ ਦਿੱਤੀ। ਕਹਿੰਦੇ ਬਾਪ ਨੂੰ ਜਦੋਂ ਉਸ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਿਆ ਨਾ, ਗੁਰਮੁਖੋ, ਕਹਿੰਦੇ ਸੁਨੇਹਾ ਭੇਜ ਦਿੱਤਾ ਕਿ ਜਾਓ ਧਰੂ ਨੂੰ ਘਰੇ ਬੁਲਾ ਕੇ ਲੈ ਕੇ ਆਓ, ਉਹਨੂੰ ਘਰ ਬੁਲਾ ਕੇ ਲੈ ਕੇ ਆਓ, ਜਾਓ ਉਹਨੂੰ ਕਹਿ ਦਿਓ ਕਿ ਮੈਂ ਉਹਨੂੰ ਰਾਜ ਭਾਗ ਦੇ ਦਿੰਦਾ, ਅੱਧਾ ਰਾਜ ਭਾਗ ਦੇ ਦਿੰਦਾ। ਕਹਿੰਦੇ ਜਦੋਂ ਹੀ ਇਹ ਬੋਲ ਧਰੂ ਦੇ ਕੰਨਾਂ ਵਿੱਚ ਪਏ ਤੇ ਧਰੂ ਦੇ ਮਨ ਵਿੱਚ ਖਿਆਲ ਆਇਆ, ਅਜੇ ਤਾਂ ਮੈਂ ਪ੍ਰਮਾਤਮਾ ਦੀ ਬੰਦਗੀ ਕਰਨੀ ਲੱਗਿਆ ਸਾਂ, ਹੁਣੀ ਮੈਨੂੰ ਅੱਧਾ ਰਾਜ ਭਾਗ ਮਿਲਣ ਦੀ ਤਿਆਰੀ ਹੋ ਗਈ। ਜਦੋਂ ਮੈਂ ਪ੍ਰਮਾਤਮਾ ਦੀ ਬੰਦਗੀ ਕਰਾਂਗਾ ਉਦੋਂ ਕਿੰਨੀਆਂ ਦਾਤਾਂ ਤੇ ਕਿੰਨੀਆਂ ਰਹਿਮਤਾਂ ਮੈਨੂੰ ਮਿਲਣਗੀਆਂ। ਧਰੂ ਕਹਿੰਦਾ ਨਹੀਂ, ਹੁਣ ਮੈਨੂੰ ਤੁਹਾਡੇ ਇਸ ਅੱਧੇ ਰਾਜ ਭਾਗ ਦੀ ਜ਼ਰੂਰਤ ਨਹੀਂ ਹੈ, ਹੁਣ ਮੈਂ ਕੇਵਲ ਪਰਮਾਤਮਾ ਦੀ ਬੰਦਗੀ ਕਰਨੀ ਹੈ। ਕਹਿੰਦੇ ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਨੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਗੁਰਮੁਖ ਪਿਆਰਿਓ, ਜਿਹੜਾ ਵੀ ਮਨੁੱਖ ਜਗਤ ਦੇ ਵੱਲੋਂ ਹਾਰ ਜਾਏ, ਆਹ ਬੇਨਤੀ ਧਿਆਨ ਨਾਲ ਸੁਣਿਓ ਜੀ, ਜਿਹੜਾ ਵੀ ਮਨੁੱਖ ਜਗਤ ਵੱਲੋਂ ਹਾਰ ਜਾਏ, ਭਾਵ ਲੋਕਾਂ ਦੇ ਤਾਨੇ ਸਹਿ ਲਵੇ, ਲੋਕਾਂ ਦੇ ਬੋਲ ਕਬੋਲ ਬਰਦਾਸ਼ਤ ਕਰ ਲਵੇ। ਭਾਵ ਤੁਸੀਂ ਵੇਖਿਓ, ਬਹੁਤ ਵਾਰ ਨਾ ਆਪਾਂ ਕਿਸੇ ਨੂੰ ਇਦਾਂ ਦਾ ਬੋਲ ਦਿੰਨੇ ਆ ਜਿਹੜਾ ਉਹਦੇ ਹਿਰਦੇ ਵਿੱਚ ਜਾ ਕੇ ਲੱਗ ਜਾਂਦਾ ਹੈ, ਤੇ ਉਹ ਹਿਰਦੇ ਦੇ ਵਿੱਚ ਲੱਗਿਆ ਹੋਇਆ ਬੋਲ ਬਹੁਤ ਵਾਰੀ ਤੁਹਾਡੀ ਤਰੱਕੀ ਦਾ ਰਾਜ ਬਣ ਜਾਂਦਾ ਹੈ, ਤਰੱਕੀ ਦਾ ਰਸਤਾ ਬਣ ਜਾਂਦਾ ਹੈ। ਕਈ ਵਾਰ ਬੰਦਾ ਫਿਰ ਉਹ ਬੋਲ ਕਬੋਲ ਸੁਣ ਕੇ ਨਾ ਇੱਕ ਐਸੇ ਰਸਤੇ ਤੇ ਚੱਲ ਪੈਂਦਾ ਹੈ, ਜਦੋਂ ਉਹ ਚੰਗੇ ਰਸਤੇ ਤੇ ਚੱਲ ਪੈਂਦਾ ਹੈ ਤੇ ਲੋਕ ਬਾਅਦ ਵਿੱਚ ਉਹਦੀਆਂ ਆ ਕੇ ਸਲਾਮਾਂ ਵੀ ਲੈਂਦੇ ਨੇ। ਖੈਰ, ਇਸੇ ਤਰ੍ਹਾਂ ਭਗਤ ਧਰੂ ਦੇ ਨਾਲ ਹੋਇਆ। ਬਾਪ ਦੀ ਬੁੱਕਲ ਵਿੱਚੋਂ ਠਾਇਆ ਗਿਆ, ਬੋਲ ਕਬੋਲ ਸੁਣਨੇ ਪਏ ਤੇ ਗੁਰਮੁਖ ਪਿਆਰਿਓ ਕਹਿੰਦੇ ਹਾਰ ਚੱਲੇ। ਸੰਸਾਰ ਦੇ ਵੱਲੋਂ ਹਾਰਿਆ ਹੋਇਆ ਧਰੂ ਗੁਰਮੁਖ ਜਦੋਂ ਗੁਰੂ ਤੋਂ ਮੱਤ ਲੈ ਕੇ ਪਰਮਾਤਮਾ ਦਾ ਨਾਮ ਜਪਣ ਲੱਗਿਆ, ਕਹਿੰਦੇ ਜਗ ਜੀਤਾ, ਇਸ ਜਗ ਤੋਂ ਬਾਜੀ ਜਿੱਤ ਕੇ ਚਲਿਆ ਗਿਆ। ਆਖੋ ਸਤਨਾਮ ਵਾਹਿਗੁਰੂ। ਉਸ ਦਰ, ਉਹ ਮਾਲਕ ਦੇ ਦਰ ਤੇ ਪ੍ਰਵਾਨ ਹੋਇਆ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਗੁਰਮੁਖ ਪਿਆਰਿਓ ਧਰੂ ਦੀ ਉਦਾਹਰਨ ਗੁਰਬਾਣੀ ਵਿੱਚ ਦਿੱਤੀ ਹੈ ਕਿ ਜਿਵੇਂ ਧਰੂ ਆਪਣੀ ਮਤਰੇਈ ਮਾਂ ਦੇ ਬੋਲਾਂ ਨੂੰ ਸੁਣ ਕੇ ਨਿਰਾਸ਼ ਹੋਇਆ ਤੇ ਆਪਣੀ ਮਾਂ ਦੇ ਕੋਲੋਂ ਮੱਤ ਲੈ ਕੇ ਪ੍ਰਮਾਤਮਾ ਦਾ ਨਾਮ ਜਪਣ ਲੱਗਿਆ। ਦੁਨੀਆ ਦੇ ਲੋਕੋ ਕਹਿੰਦੇ ਸੱਚ ਜਾਣਿਓ, ਉਸ ਧਰੂ ਦੇ ਵਾਂਗ ਜਦੋਂ ਹਿਰਦੇ ਤੋਂ ਭਿੱਜ ਕੇ ਪ੍ਰਮਾਤਮਾ ਦਾ ਨਾਮ ਜਪੋਗੇ, ਜਿਹੜੀਆਂ ਬਖਸ਼ਿਸ਼ਾਂ ਉਸ ਪ੍ਰਮਾਤਮਾ ਦੇ ਘਰ ਵਿੱਚੋਂ ਮਿਲਣੀਆਂ ਨੇ, ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ। ਜਿਹਨੂੰ ਆਪਾਂ ਕਹਿੰਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਦੂਸਰੀ ਉਦਾਹਰਨ ਪ੍ਰਹਿਲਾਦ ਦੀ ਦਿੱਤੀ ਗੁਰਮੁਖ ਪਿਆਰਿਓ। ਪ੍ਰਹਿਲਾਦ ਬਾਰੇ ਆਪਾਂ ਆਮ ਤੌਰ ਤੇ ਸੁਣਦੇ ਆ ਕਿ ਇੱਕ ਰਾਜਾ ਹੋਇਆ ਹਰਨਾਕਸ਼। ਹਰਨਾਕਸ਼ ਦੇ ਘਰ ਵਿੱਚ ਕਹਿੰਦੇ ਪ੍ਰਹਿਲਾਦ ਨੇ ਜਨਮ ਲਿਆ ਤੇ ਹਰਨਾਕਸ਼ ਦੇ ਘਰ ਵਿੱਚ ਇੱਕ ਹੋਰ ਬੱਚੀ ਜਨਮ ਲੈਂਦੀ ਹੈ
ਹਰਨਾਕਸ਼ ਦੇ ਬਾਰੇ ਉਹਨਾਂ ਦੇ ਗ੍ਰੰਥ ਲਿਖਦੇ, ਮੈਂ ਬਾਰ-ਬਾਰ ਰਿਪੀਟ ਕਰ ਰਿਹਾ, ਗੱਲ ਸਮਝਿਓ। ਹਰਨਾਕਸ਼ ਦੇ ਬਾਰੇ ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਲਿਖਦੇ ਨੇ, ਕਹਿੰਦੇ ਹਰਨਾਕਸ਼ ਨਾ ਪ੍ਰਮਾਤਮਾ ਦੀ ਬੰਦਗੀ ਕਰ ਰਿਹਾ ਸੀ ਪਰਬਤਾਂ ਦੇ ਉੱਪਰ ਬੈਠਾ। ਜਦੋਂ ਪ੍ਰਮਾਤਮਾ ਦੀ ਬੰਦਗੀ ਕਰਦਾ ਸੀ ਨਾ, ਤੇ ਕਹਿੰਦੇ ਪ੍ਰਮਾਤਮਾ ਨੇ ਉਹਨੂੰ ਸਾਖਸ਼ਤ ਰੂਪ ਦੇ ਵਿੱਚ ਦਰਸ਼ਨ ਦੇ ਦਿੱਤੇ, ਸਾਹਮਣੇ ਆ ਗਿਆ। ਪਹਿਲੀ ਗੱਲ ਤੇ ਗੁਰਬਾਣੀ ਇਸ ਗੱਲ ਦਾ ਖੰਡਨ ਕਰਦੀ ਹੈ ਕਿ ਰੂਪ ਨ ਰੰਗ ਨ ਰੇਖ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਜਿਸਹਿ ਬੁਝਾਏ ਨਾਨਕਾ ਸੋ ਹੋਵੈ ਸੋ ਪ੍ਰਸੰਨ। ਪ੍ਰਮਾਤਮਾ ਦਾ ਕੋਈ ਰੂਪ ਨਹੀਂ ਹੈ, ਉਹਦਾ ਕੋਈ ਰੰਗ ਨਹੀਂ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਖੈਰ, ਜੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੀ ਉਦਾਹਰਨ ਦਿੱਤੀ ਹੈ ਤੇ ਆਪਾਂ ਨੂੰ ਸਮਝਣ ਦੀ ਜ਼ਰੂਰਤ ਆ। ਕਹਿਣ ਲੱਗੇ ਗੁਰਮੁਖ ਪਿਆਰਿਓ, ਕਹਿੰਦੇ ਜਦੋਂ ਹਰਨਾਕਸ਼ ਨਾਮ ਜਪਦਾ ਪਿਆ ਨਾ, ਪ੍ਰਮਾਤਮਾ ਨੇ ਸਾਖਸ਼ਤ ਰੂਪ ਦੇ ਵਿੱਚ ਉਹਨੂੰ ਦਰਸ਼ਨ ਦੇ ਦਿੱਤੇ ਨੇ। ਪ੍ਰਮਾਤਮਾ ਕਹਿੰਦੇ ਹਰਨਾਕਸ਼ ਨੂੰ ਪੁੱਛਣ ਲੱਗਿਆ ਵੀ ਹਰਨਾਕਸ਼ ਦੱਸ ਤੈਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ, ਜੋ ਮੰਗਣਾ ਤੂੰ ਮੰਗ ਲੈ, ਮੈਂ ਤੇਰੇ ਤੋਂ ਖੁਸ਼ ਹਾਂ। ਹਰਨਾਕਸ਼ ਨੇ ਕਹਿੰਦੇ ਕੁਝ ਦਾਤਾਂ ਮੰਗੀਆਂ। ਹਰਨਾਕਸ਼ ਕਹਿਣ ਲੱਗਿਆ ਮੈਨੂੰ ਇੱਕ ਵਰ ਦੇ ਦਿਓ, ਇੱਕ ਦਾਤ ਦੇ ਦਿਓ ਕਿ ਨਾ ਮੈਂ ਧੁੱਪ ਦੇ ਵਿੱਚ ਮਰਾਂ, ਨਾ ਮੈਂ ਛਾਂ ਦੇ ਵਿੱਚ ਮਰਾਂ, ਨਾ ਮੈਂ ਦਿਨੇ ਮਰਾਂ ਤੇ ਨਾ ਮੈਂ ਰਾਤ ਨੂੰ ਮਰਾਂ, ਨਾ ਮੈਂ ਧਰਤੀ ਤੇ ਮਰਾਂ, ਨਾ ਮੈਂ ਅਸਮਾਨ ਤੇ ਮਰਾਂ। ਭਾਵ ਐਸ ਤਰੀਕੇ ਦੇ ਨਾਲ ਹਰਨਾਕਸ਼ ਨੇ ਦਾਤਾਂ ਮੰਗ ਲਈਆਂ ਕਿ ਹਰਨਾਕਸ਼ ਨੂੰ ਲੱਗਿਆ ਵੀ ਸ਼ਾਇਦ ਮੇਰੀ ਕਦੇ ਵੀ ਮੌਤ ਹੋ ਹੀ ਨਹੀਂ ਸਕਦੀ। ਸਮਾਂ ਲੰਘਿਆ, ਹਰਨਾਕਸ਼ ਦੇ ਘਰ ਵਿੱਚ ਇੱਕ ਪੁੱਤਰ ਜਨਮ ਲੈਂਦਾ ਜਿਹਦਾ ਨਾਮ ਹੈ ਪ੍ਰਹਿਲਾਦ। ਕਹਿੰਦੇ ਪ੍ਰਹਿਲਾਦ ਜਿਹੜਾ ਬਚਪਨ ਤੋਂ ਹੀ ਪ੍ਰਮਾਤਮਾ ਦੇ ਨਾਮ ਦਾ ਰਤਿਆ ਹੋਇਆ ਸੀ, ਪ੍ਰਮਾਤਮਾ ਦੀ ਬੰਦਗੀ ਕਰਦਾ ਸੀ। ਕਹਿੰਦੇ ਕੀ ਹੋਇਆ, ਜਿਹੜਾ ਹਰਨਾਕਸ਼ ਆ ਜਦੋਂ ਇਹਨੂੰ ਇਹ ਵਰ ਮਿਲ ਗਿਆ ਨਾ, ਤੇ ਹਰਨਾਕਸ਼ ਨੇ ਹੰਕਾਰ ਦੇ ਵਿੱਚ ਆ ਕੇ ਲੋਕਾਂ ਤੋਂ ਆਪਣਾ ਨਾਮ ਜਪਾਉਣਾ ਆਰੰਭ ਕਰ ਦਿੱਤਾ। ਜਦੋਂ ਹੰਕਾਰ ਪੈਦਾ ਹੋਇਆ ਪ੍ਰਮਾਤਮਾ ਵੱਲੋਂ ਮਿਲੀਆਂ ਦਾਤਾਂ ਦਾ, ਹੰਕਾਰ ਦੇ ਵਿੱਚ ਆਏ ਹੋਏ ਹਰਨਾਕਸ਼ ਨੇ ਆਪਣਾ ਨਾਮ ਜਪਾਉਣਾ ਆਰੰਭ ਕਰ ਦਿੱਤਾ। ਤੇ ਕਹਿੰਦੇ ਪ੍ਰਹਿਲਾਦ ਨੂੰ ਹੌਲੀ ਹੌਲੀ ਇਹ ਗੱਲ ਸਮਝ ਪਈ ਕਿ ਜਿਸ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਉਸ ਪ੍ਰਮਾਤਮਾ ਨੂੰ ਤੇ ਕੋਈ ਜਨਮ ਦੇਣ ਵਾਲਾ ਹੈ ਹੀ ਨਹੀਂ। ਫਿਰ ਮੇਰੇ ਬਾਪ ਹਰਨਾਕਸ਼ ਨੂੰ ਕਿਹਨੇ ਜਨਮ ਦਿੱਤਾ? ਜੇ ਮੇਰਾ ਬਾਪ ਹਰਨਾਕਸ਼ ਹੀ ਰੱਬ ਹੈ ਤੇ ਇਹਨੂੰ ਜਨਮ ਦੇਣ ਵਾਲੀ ਮਾਂ ਬਾਪ ਉਹ ਕੀ ਹੋਏ? ਇਸ ਤਰ੍ਹਾਂ ਦੇ ਖਿਆਲ ਜਦੋਂ ਹਰਨਾਕਸ਼ ਦੇ ਅੰਦਰ ਆਏ ਨਾ, ਵਾਹਿਗੁਰੂ ਜੀ ਪ੍ਰਹਿਲਾਦ ਦੇ ਅੰਦਰ ਆਏ ਨਾ, ਤੇ ਪ੍ਰਹਿਲਾਦ ਨੇ ਆਪਣੇ ਬਾਪ ਹਰਨਾਕਸ਼ ਦਾ ਨਾਮ ਜਪਣ ਦੀ ਬਜਾਏ ਰਾਮ ਦਾ ਨਾਮ ਜਪਣਾ ਆਰੰਭ ਕਰ ਦਿੱਤਾ, ਪ੍ਰਮਾਤਮਾ ਦਾ ਨਾਮ ਜਪਣਾ ਆਰੰਭ ਕਰ ਦਿੱਤਾ। ਜਦੋਂ ਕਹਿੰਦੇ ਪ੍ਰਹਿਲਾਦ ਨੂੰ ਪਾਂਧੇ ਦੇ ਕੋਲ ਪੜਨ ਵਾਸਤੇ ਲਾਇਆ ਗਿਆ, ਜਦੋਂ ਪਾਂਧੇ ਦੇ ਕੋਲ ਪੜਨ ਵਾਸਤੇ ਲਾਇਆ ਗਿਆ ਨਾ ਗੁਰਮੁਖ ਪਿਆਰਿਓ, ਤੇ ਪ੍ਰਹਿਲਾਦ ਉਸ ਪਾਂਧੇ ਦੇ ਕੋਲ ਬੈਠਾ ਵੀ ਪ੍ਰਮਾਤਮਾ ਦਾ ਨਾਮ ਜਪੇ, ਉਹਦੀ ਬੰਦਗੀ ਕਰੇ। ਪਾਂਧੇ ਨੇ ਸਮਝਾਇਆ, ਕਹਿੰਦੇ ਪੁੱਤ ਪ੍ਰਹਿਲਾਦ, ਕਹਿੰਦੇ ਸਾਰੀ ਦੁਨੀਆ ਤੇ ਤੇਰੇ ਬਾਪ ਹਰਨਾਕਸ਼ ਦਾ ਨਾਮ ਜਪਦੀ ਪਈ ਹੈ, ਤੂੰ ਆਪਣੇ ਬਾਪ ਦਾ ਨਾਮ ਕਿਉਂ ਨਹੀਂ ਜਪਦਾ ਪਿਆ? ਤੂੰ ਉਹਦਾ ਸਿਮਰਨ ਕਿਉਂ ਨਹੀਂ ਕਰਦਾ ਪਿਆ? ਤੇ ਕਹਿੰਦੇ ਉਸ ਵੇਲੇ ਪ੍ਰਹਿਲਾਦ ਕਹਿਣ ਲੱਗਿਆ, ਨਹੀਂ, ਮੇਰਾ ਬਾਪ ਅਸਲ ਵਿੱਚ ਉਹ ਭਗਵਾਨ ਨਹੀਂ ਹੈ ਜਿਹੜੇ ਭਗਵਾਨ ਦੀ ਮੈਂ ਬੰਦਗੀ ਕਰਦਾ ਪਿਆ। ਮੈਂ ਉਸ ਪ੍ਰਮਾਤਮਾ ਦੀ ਬੰਦਗੀ ਕਰਦਾ ਜਿਹੜਾ ਕਦੇ ਜੰਮਦਾ ਮਰਦਾ ਨਹੀਂ ਹੈ, ਮੈਂ ਉਹਦੀ ਬੰਦਗੀ ਕਰਦਾ ਪਿਆ। ਪਾਂਡੇ ਦੇ ਸਮਝਾਉਣ ਤੇ ਪ੍ਰਹਿਲਾਦ ਨੇ ਜਦੋਂ ਜਵਾਬ ਦੇ ਦਿੱਤਾ ਨਾ, ਤੇ ਪਾਂਡੇ ਨੇ ਜਾ ਕੇ ਹਰਨਾਕਸ਼ ਨੂੰ ਸ਼ਿਕਾਇਤ ਕੀਤੀ ਕਿ ਤੇਰਾ ਪੁੱਤ ਤੇਰੇ ਤੋਂ ਬਾਗੀ ਹੋ ਗਿਆ, ਤੇਰਾ ਪੁੱਤ ਤੇਰੇ ਤੋਂ ਬਾਗੀ ਹੋਇਆ, ਉਹ ਤੇਰੇ ਆਖੇ ਨਹੀਂ ਲੱਗਦਾ, ਉਹ ਤੇਰਾ ਨਾਮ ਨਹੀਂ ਜਪਦਾ। ਤਵਾਰੀਖ ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਲਿਖਦੇ ਨੇ, ਕਹਿੰਦੇ ਫਿਰ ਹਰਨਾਕਸ਼ ਨੇ ਪਹਿਲਾਂ ਉਹਨੂੰ ਸਮਝਾਉਣ ਦਾ ਯਤਨ ਕੀਤਾ, ਵੱਖੋ ਵੱਖਰੇ ਤਰ੍ਹਾਂ ਦੇ ਉਹਨੇ ਉਪਾਅ, ਉਹ ਕੁਝ ਕਿਤੇ ਇੱਥੋਂ ਤੱਕ ਲਿਖਦੇ ਨੇ, ਕਹਿੰਦੇ ਜਦੋਂ ਉਹ ਨਾ ਮੰਨਿਆ ਤੇ ਉਹਨੂੰ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ ਵੀ ਇਹਨੂੰ ਡੁਬੋ ਕੇ ਆਪੇ ਮਰ ਜਾਏਗਾ। ਕਿਉਂਕਿ ਕਹਿੰਦੇ ਹਰਨਾਕਸ਼ ਨੂੰ ਇਸ ਗੱਲ ਦਾ ਡਰ ਸੀ ਕਿ ਜਿਵੇਂ ਮੇਰਾ ਪੁੱਤ ਪ੍ਰਹਿਲਾਦ ਮੇਰੇ ਤੋਂ ਬਾਗੀ ਹੋ ਗਿਆ, ਇਹਦੇ ਪਿੱਛੇ ਲੱਗ ਕੇ ਬਾਕੀ ਖਲਕ, ਬਾਕੀ ਜਿਹੜੀ ਦੁਨੀਆ ਇਹ ਵੀ ਬਾਗੀ ਨਾ ਹੋ ਜਾਏ। ਉਹਨੇ ਸੋਚਿਆ ਮੈਂ ਆਪਣੇ ਪੁੱਤ ਨੂੰ ਮਰਵਾ ਹੀ ਦੇਵਾਂ। ਕਹਿੰਦੇ ਪ੍ਰਹਿਲਾਦ ਨੂੰ ਚੁੱਕ ਕੇ ਉਹਨਾਂ ਨੇ ਕਿਸੇ ਸਮੁੰਦਰ ਵਿੱਚ ਸੁੱਟ ਦਿੱਤਾ। ਉਹਨਾਂ ਦੇ ਮੁਤਾਬਕ ਕਹਿੰਦੇ ਪ੍ਰਮਾਤਮਾ ਬੌੜਿਆ, ਸਮੁੰਦਰ ਦੀਆਂ ਛੱਲਾਂ ਨੇ ਫਿਰ ਧੱਕ ਕੇ ਪ੍ਰਹਿਲਾਦ ਨੂੰ ਕਿਨਾਰੇ ਤੇ ਭੇਜ ਦਿੱਤਾ, ਭਾਵ ਡੁੱਬ ਕੇ ਮਰਿਆ ਨਹੀਂ।
फिर कहते होलका नूं भी ये वर प्राप्त होया सी, ध्यान करके सुनियो, होलका नूं भी ये वर प्राप्त होया सी कि होलका नूं अग कदे भी साड़ नहीं सकदी, मचा नहीं सकदी। ते उन्हां ने हुण जुगती खेडी, कहते होलका नूं ते वर मिलिया होया, होलका ते मच नहीं सकदी। इउं करो, होलका दी बुक्कल दे विच प्रहलाद नूं बिठा दिओ ते होलका नूं जिउंदी नूं अग ला दिओ। होलका ने ते बाची जाना, प्रहलाद ने मच जाना, सड़ जाना। कहंदे होया कि एक कारज रचिया गया, लोकां नूं इकट्ठे कीता गया, क्योंकि हरनाकश नूं इंज सी भी अज अग दे जदों अगन भेंट होएगा, इहदी मौत होएगी ते लोक खुशी दे विच नच्चणगे भी वेखो हरनाकश ही रब है। प्रहलाद जे रब हुंदा, जे कोई होर रब हुंदा ते अज प्रहलाद नूं बचा लैंदा। वेखो अज ये मच गया। उन्हां दे मन दा ये भुलेखा सी कि शायद प्रहलाद मच जाएगा ते साडी धी होलका बच जाएगी। लोक इकट्ठे कीते गए, रंग लिआंदे गए, ढोल लिआंदे गए वजाउण वास्ते कि अज नच्चांगे, भंगड़े पावांगे, ये मर जाएगा। कहंदे जदों होलका ने चौंकड़ी मारी, बुक्कल दे विच प्रहलाद नूं बिठा दिता गया। जिवें ही कहंदे होलका नूं अगन भेंट कीता गया ना, कहंदे होलका जिहदे बारे कहंदे सी, जिहनूं वर प्राप्त होया सी भी अग दे विच नहीं मचेगी, ਉਹ ਹੋਲਕਾ मच गई ते प्रहलाद ਉਹਦੇ ਵਿੱਚ ਹੀ ਜਿਉਂਦਾ बैठा रह गया। ਹੁਣ ਕਹਿੰਦੇ ਉਸ ਵੇਲੇ ਉੱਥੇ ਰੌਲਾ ਪਾ ਦਿੱਤਾ ਗਿਆ। ਵੇਖੋ ਬੇਈਮਾਨੀ ਆ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਹੋਲੀ ਦਾ ਤਿਉਹਾਰ ਆ ਰਿਹਾ ਨਾ, ਇਹ ਇੱਥੋਂ ਆਰੰਭ ਹੁੰਦਾ। ਧਿਆਨ ਕਰਿਓ, ਇਹ ਸਾਡੇ ਲੋਕ ਐਵੇਂ ਰੰਗ ਨਾਲ ਇੱਥੇ ਲਿਬੜਦੇ ਫਿਰਦੇ ਰਹਿੰਦੇ ਨੇ। ਧਿਆਨ ਕਰਕੇ ਸੁਣਿਓ, ਉੱਥੇ ਰੰਗ ਲਿਆਂਦੇ ਗਏ, ਢੋਲ ਲਿਆਂਦੇ ਗਏ ਕਿ ਅੱਜ ਹਰਨਾਕਸ਼ ਦੀ ਜਿੱਤ ਹੋਏਗੀ ਤੇ ਢੋਲ ਵਜਾਏ ਜਾਣਗੇ, ਇੱਕ ਦੂਜੇ ਤੇ ਰੰਗ ਪਾਏ ਜਾਣਗੇ, ਖੁਸ਼ੀ ਮਨਾਈ ਜਾਏਗੀ। ਜਦੋਂ ਕਹਿੰਦੇ ਹੋਲਿਕਾ ਮਚ ਗਈ ਤੇ प्रहलाद बच गया ना, गुरमुख प्यारिओ, कहना ते ये सी कि भी प्रहलाद है, प्रहलाद है, प्रहलाद है, भी प्रहलाद जित गया। ਉਹਦੇ नाम दे सोले गाउने सी, बल्कि इन्हां ने इत्थों तक नीवें पद्धर दी राजनीति खेडी कि लोकां दे विच अपना नाम चलाउण दे लई कहंदे उसे वेले होलिका दा नाम उचारना शुरू कर दिता भी होलिका 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 बच गई। भाव उस दिन तो जदों होलिका होलिका कह के पुकारिया गया, ढोल वजाउणे आरंभ कर दिते, एक दूजे ते रंग पाउणे आरंभ कर दिते। किसे ने नेड़े आके वेखण दी जुरत नहीं कीती भी दोनां दे विचों मचिया कौन है ते बचिया कौन है। उस होलिका होलिका करदियां ने इत्थों ये होली दा जिहड़ा उस दिन दा जिहड़ा इतिहास है वो केवल इन्ना की है कि मच्छी होलिका सी, पर इन्हां ने अपने इतिहास दे विच गुरमुखो प्रहलाद मचिया शो कीता भी भाव हरनाकश नूं अपने आप नूं वड्डियां गिना दिता गया। पता नहीं साडे लोक किहड़े भुलेखे दे विच अज भी उन्हां रंगां दे विच होली वाले दिन खेडदे फिरदे रहिंदे। गुरु साहिबाना ने बड़ी लंबी दूर दृष्टि दे नाल फैसला लिया। धन गुरु गोबिंद सिंह पातशाह ने पता सी कि इन्हां लोकां नूं, इस आवाम नूं, इस जनता नूं एक वारी सीधा डायरैक्ट होली तो हटाउणा बड़ा औखा है। ते गुरु साहिबाना ने ना अल्टरनेटिव दे दिता, एक बदलाव दे दिता कि आओ होली तो अगला दिन रख दिता होला महल्ला। नाम ओदा होला महल्ला रखिया ते उस होले महल्ले ते रंग नहीं पवाए। गुरु गोबिंद सिंह महाराज ने की कीता, शास्त्र विद्या दे मुकाबले करवाए, घोड़ सवारी दे मुकाबले कराए। क्योंकि सच एवे कहंदे भी जदों लोक गुरु दे सिख शास्त्र धारी सी, मुकाबले जिवें आपां कहदे ने भी खेड मेला कराया जांदा है जां कोई टूरनामेंट कराया जांदा है, होली तो अगला दिन होले महल्ले दे रूप विच पक्के तौर ते रख दिता कि सारे सिख होली तो अगले दिन होले महल्ले वाले दिन। देखो एक बेनती होर करा, गुरु साहब गुरमुख प्यारे होली वाला दिन भी चुन सकदे सी, क्योंकि गुरु जो चाहता वो हो सकता सी। होली वाला दिन भी चुन सकते सी, पर क्यों नहीं चुनिया? क्योंकि पता सी कि जिहड़ी ये मनुवादी विचारधारा है, ये जिहड़े ब्राह्मणवादी लोग ने, इन्हां ने गुरु गोबिंद सिंह दे चलाए हुए होले महल्ले नूं भी एक दिन होली दा रूप कह के बना देना सी। भाव उहदे अंदर इन्हां ने मर्ज कर देना सी इस त्योहार नूं, साडे इस दिहाड़े नूं। इस करके गुरमुख प्यारिओ, इत्थों अज एक गल ये भी सिੱਖਿਓ कि होली साडा त्योहार नहीं है, साडा जे दिहाड़ा ते
ਹੋਲਾ ਮੁਹੱਲਾ ਜਿਹਦੇ ਤੇ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੇ ਮੁਕਾਬਲੇ ਕਰਾਏ ਜਾਂਦੇ। ਇਸ ਤਰ੍ਹਾਂ ਗੁਰਮੁਖ ਪਿਆਰਿਓ ਪ੍ਰਹਿਲਾਦ ਦੇ ਨਾਲ ਹੋਰ ਬੜੀਆਂ ਘਟਨਾਵਾਂ ਜੋੜੀਆਂ ਗਈਆਂ ਵੀ ਇੱਕ ਥੰਮ ਦੇ ਨਾਲ ਬੰਨਣ ਦਾ ਜਦੋਂ ਕੋਸ਼ਿਸ਼ ਕੀਤੀ ਗਈ, ਅੱਗ ਲਾ ਕੇ ਉਹਨੂੰ ਪਿੱਲਰ ਨੂੰ ਗਰਮ ਕਰਕੇ ਵੀ ਜਦੋਂ ਕਿਹਾ ਗਿਆ ਵੀ ਤੈਨੂੰ ਹੱਥ ਪਾ ਲੈ, ਪ੍ਰਹਿਲਾਦ ਨੇ ਉਸ ਪਿੱਲਰ ਨੂੰ ਵੀ ਹੱਥ ਪਾ ਲਏ ਤਾਂ ਵੀ ਉਹਦੀ ਮੌਤ ਨਹੀਂ ਹੋਈ, ਭਾਵ ਪ੍ਰਮਾਤਮਾ ਨੇ ਉਹਦੀ ਰੱਖਿਆ ਕੀਤੀ। ਇਹ ਸਾਰਾ ਜਿੰਨੀ ਵੀ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਹ ਉਹਨਾਂ ਦੇ ਗ੍ਰੰਥਾਂ ਦੀ ਲਿਖੀ ਹੋਈ ਆ, ਆਪਾਂ ਉਹ ਸਮਝ ਸਾਂਝੀ ਕੀਤੀ ਹੈ। ਆਪਾਂ ਇਹਦੇ ਵਿੱਚੋਂ ਕੇਵਲ ਇੰਨਾ ਕੁ ਸਮਝਣ ਦਾ ਯਤਨ ਕਰਨਾ ਹੈ ਕਿ ਜਿਵੇਂ ਧਰੂ ਆਪਣੀ ਮਤਰੇਈ ਮਾਂ ਦੇ ਬੋਲਾਂ ਤੋਂ ਦੁਖੀ ਹੋ ਕੇ ਤੇ ਆਪਣੀ ਸਕੀ ਮਾਂ ਵੱਲੋਂ ਦਿੱਤੀ ਹੋਈ ਮੱਤ ਦੇ ਨਾਲ ਪ੍ਰਮਾਤਮਾ ਦੇ ਨਾਮ ਜਪਣ ਲੱਗ ਪਿਆ, ਜਿਵੇਂ ਪ੍ਰਹਿਲਾਦ ਕਹਿੰਦੇ ਆਪਣੇ ਬਾਪ ਹਰਨਾਕਸ਼ ਤੋਂ ਬਾਗੀ ਹੋ ਕੇ ਇੱਕ ਬੰਦੇ ਨੂੰ ਰੱਬ ਮੰਨਣ ਦੀ ਬਜਾਏ ਉਹਨੇ ਉਸ ਪ੍ਰਮਾਤਮਾ ਨੂੰ ਸਿਮਰਿਆ ਜਿਹੜਾ ਸਭਨਾਂ ਦੇ ਵਿੱਚ ਰਮਿਆ ਹੋਇਆ। ਗੁਰਮੁਖ ਪਿਆਰਿਓ ਇਹਨਾਂ ਦੋਨਾਂ ਦੀ ਉਦਾਹਰਨ ਦੇ ਕੇ ਭਗਤ ਕਬੀਰ ਸਾਹਿਬ ਕਹਿਣ ਲੱਗੇ, ਇੱਕ ਵਾਰੀ ਸਾਰੇ ਰਲ ਕੇ ਪੜ੍ਹ ਲਓ। ਰਾਮ ਜਪੋ ਜੀ ऐसे ऐसे, राम जपो जी ऐसे ऐसे, राम ध्रुव प्रहलाद जप्यो हर जैसे, ध्रुव प्रहलाद जप्यो हर जैसे, ध्रुव ਅੱਗੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਦੀਨ ਦਿਆਲ ਭਰੋਸੇ ਤੇਰੇ, ਹੇ ਦੀਨਾਂ ਤੇ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ। ਹੁਣ ਭਗਤ ਕਬੀਰ ਸਾਹਿਬ ਦਾ ਅੱਗੇ ਸੁਣਿਓ ਬੋਲ, ਹੇ ਕਹਿੰਦੇ ਦੀਨਾਂ ਤੇ ਦਇਆ ਕਰਨ ਵਾਲੇ, ਹੇ ਅਕਾਲ ਪੁਰਖ ਵਾਹਿਗੁਰੂ ਦੀਨ ਦਿਆਲ ਭਰੋਸੇ ਤੇਰੇ, ਮੈਂ ਤੇਰੇ ਤੇ ਭਰੋਸਾ ਕਰਕੇ ਤੇਰੇ ਤੇ ਯਕੀਨ ਕਰਕੇ ਸਭ ਪਰਿਵਾਰ ਚੜਾਇਆ ਬੇੜੇ। ਇਹਨੂੰ ਵੀ ਇੱਕ ਵਾਰੀ ਸਾਰੇ ਪੜ੍ਹ ਲਓ। ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ, ਦੀਨ ਵਾਹ ਵਾਹ, ਸਭ ਪਰਿਵਾਰ ਚੜਾਇਆ ਬੇੜੇ, ਸਭ ਪਰਿਵਾਰ ਚੜਾਇਆ ਬੇੜੇ, ਸਭ ਕਿਹੜਾ ਪਰਿਵਾਰ ਬੇੜੇ ਦੇ ਵਿੱਚ ਚੜਾਇਆ, ਭਾਵ ਹੈ ਦੀਨਾਂ ਤੇ ਦਇਆ ਕਰਨ ਵਾਲੇ ਵਾਹਿਗੁਰੂ। ਆ ਸਰੀਰ ਦੇ ਵਿੱਚ ਜਿੰਨੇ ਵੀ ਗਿਆਨ ਇੰਦਰੀ ਨੇ, ਆਪਾਂ ਬਹੁਤ ਵਾਰ ਵਿਚਾਰ ਕੀਤੀ ਹੈ, ਨੱਕ, ਕੰਨ, ਜ਼ੁਬਾਨ, ਚਮੜੀ, ਸਾਡੀ ਜੀਭ, ਰਸਨਾ ਕਹਿ ਲਓ, ਇਹ 5 ਗਿਆਨ ਇੰਦਰੀ ਨੇ। ਮੈਂ ਤੇਰੇ ਤੇ ਭਰੋਸਾ ਕਰਕੇ ਇਹ 5 ਗਿਆਨ ਇੰਦਰੀ ਸਾਰਾ ਪਰਿਵਾਰ ਤੁਹਾਡੇ ਨਾਮ ਰੂਪੀ ਬੇੜੇ 'ਚ ਚੜਾ ਦਿੱਤਾ। ਕਿਵੇਂ? ਜੀਭ ਅੱਜ ਤੋਂ ਬਾਅਦ ਤੁਹਾਡਾ ਨਾਮ ਜਪਣ ਲੱਗ ਪਈ, ਕੰਨ ਤੁਹਾਡੀ ਅੰਮ੍ਰਿਤਮਈ ਬਾਣੀ ਸੁਣਨ ਲੱਗ ਪਏ, ਅੱਖਾਂ ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਵੇਖਣ ਲੱਗ ਪਈਆਂ। ਭਾਵ ਗੁਰਮੁਖ ਪਿਆਰਿਓ ਮੇਰੇ ਇਹ 5 ਗਿਆਨ ਇੰਦਰੀ ਤੁਹਾਡੀ ਦਿੱਤੀ ਹੋਈ ਮੱਤ ਦੇ ਸਦਕਾ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਗਏ। ਕਹਿਣ ਲੱਗੇ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਜਾ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵਾ। ਜਦੋਂ ਤੈਨੂੰ ਸਾਡੀ ਕੀਤੀ ਹੋਈ ਬੰਦਗੀ ਭਾ ਗਈ, ਸਾਡਾ ਜ਼ਿੰਦਗੀ ਜਿਉਣ ਦਾ ਤਰੀਕਾ ਤੁਹਾਨੂੰ ਪ੍ਰਵਾਨ ਹੋ ਗਿਆ, ਪਾਤਸ਼ਾਹ ਕਹਿੰਦੇ ਜਾਤ ਇਸ ਭਾਵੈ, ਜਦੋਂ ਉਸ ਵਾਹਿਗੁਰੂ ਨੂੰ ਭਾ ਜਾਂਦਾ ਹੈ ਤਾਂ ਹੁਕਮ ਮਨਾਵੇ। ਗੁਰੂ ਉਹਦੇ ਤੋਂ ਆਪਣਾ ਹੁਕਮ ਮਨਾ ਲੈਂਦਾ ਹੈ। ਕਿਹੜਾ ਹੁਕਮ? ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹ ਹੁਕਮ ਗੁਰੂ ਸਾਹਿਬ ਉਸ ਪ੍ਰਾਣੀ ਤੋਂ ਮਨਾ ਲੈਂਦੇ ਨੇ, ਇਸ ਬੇੜੇ ਕੋ ਪਾਰ ਲੰਘਾਵੇ। ਫਿਰ ਇਹ ਜ਼ਿੰਦਗੀ ਮਨੁੱਖਾ ਜ਼ਿੰਦਗੀ ਰੂਪੀ ਜਿਹੜਾ ਬੇੜਾ ਇਹ ਪਾਰ ਲੰਘ ਜਾਂਦਾ ਹੈ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਣ ਜਾਨੀ। ਗੁਰੂ ਦੀ ਕਿਰਪਾ ਦੇ ਨਾਲ ਉਹ ਮਹਾਨ ਗਿਆਨ ਮੇਰੀ ਸੁਰਤ ਦੇ ਵਿੱਚ ਸਮਾ ਗਿਆ। ਚੂਕ ਗਈ ਫਿਰ ਆਵਣ ਜਾਨੀ, ਭਾਵ ਜਿਉਣ ਮਰਨ ਮੇਰਾ ਕੱਟ ਦਿੱਤਾ ਗਿਆ। ਮੈਂ ਇਹ ਜਿਉਂਦੇ ਜੀ ਇਸ ਜ਼ਿੰਦਗੀ ਦੇ ਵਿੱਚ ਮੁਕਤ ਹੋ ਗਿਆ। ਕਹੋ ਕਬੀਰ ਭਜ ਸਾਰੰਗ ਪਾਨੀ, ਔਰ ਵਾਰ ਪਾਰ ਸਭ ਏਕੋ ਦਾਨੀ। हे ਕਬੀਰ ਉਸ
ਸ੍ਰਿਸ਼ਟੀ ਦੇ ਮਾਲਕ ਨੂੰ ਭਜਨ ਕਰਿਆ ਕਰ, ਉਹਦੀ ਬੰਦਗੀ ਕਰਿਆ ਕਰ, ਉਹਨੂੰ ਧਿਆਇਆ ਕਰ। ਔਰ ਵਾਰ ਪਾਰ ਸਭ ਏਕੋ ਦਾਨੀ। ਆਪਣੇ ਹਿਰਦੇ ਦੇ ਅੰਦਰ ਇਹ ਗੱਲ ਵਸਾਲ ਹੈ ਕਿ ਉਰਵਾਰ ਉਰਲਾ ਤੇ ਪਰਲਾ ਪਾਸਾ, ਭਾਵ ਲੋਕ ਤੇ ਪਰਲੋਕ ਦੇ ਵਿੱਚ ਜੇਕਰ ਕੋਈ ਸਹਾਈ ਹੁੰਦਾ ਹੈ ਤੇ ਉਹ ਕੇਵਲ ਪ੍ਰਮਾਤਮਾ ਦਾ ਨਾਮ ਹੈ। ਇਸ ਕਰਕੇ ਦੁਨੀਆ ਦੇ ਬਾਕੀ ਓੜ ਫੋੜ ਛੱਡ ਤੇ ਇੱਕ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦਾ ਯਤਨ ਕਰ। ਸ਼ਬਦ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਕੀ ਸੰਗਤ ਅਤੇ ਗੁਰੂ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।